ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ ਅਸਲਾਮ ਅਲੈਕਮ। 24 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ, ਉਹ ਖਬਰ ਪਾਕਿਸਤਾਨ ਦੀ ਪਾਰਲੀਮੈਂਟ ਤੋਂ ਹੈ। ਪਾਕਿਸਤਾਨ ਦੇ ਵਿੱਚ ਇਸ ਵੇਲੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 1 ਸਾਲ ਦੇ ਵਿੱਚ 1.25 ਕਰੋੜ ਬੰਦਾ ਹੋਰ ਗੁਰਬਤ ਦੀ ਲਕੀਰ ਤੋਂ ਥੱਲੇ ਚਲਾ ਗਿਆ। ਇਹ ਤੁਸੀਂ ਟਰਮ ਅਕਸਰ ਸੁਣਦੇ ਹੋ, ਗੁਰਬਤ ਦੀ ਲਕੀਰ ਤੋਂ ਥੱਲੇ ਕੀ ਹੈ, ਇਹਦੇ ਵਾਲੇ ਪਾਸੇ ਤੇ ਆਉਣੇ ਕੀ ਹੈ, ਲੇਕਿਨ ਖਬਰ ਕੀ ਹੈ ਉਹ ਪਾਕਿਸਤਾਨ ਦੀ ਪਾਰਲੀਮੈਂਟ ਤੋਂ ਹੈ। ਖਬਰ ਇਹ ਹੈ ਕਿ ਪਾਕਿਸਤਾਨ ਦੇ ਜਿਹੜੇ ਪਾਰਲੀਮੈਂਟੇਰੀਅਨ ਨੇ ਉਹਨਾਂ ਨੇ ਅਵਾਮੀ ਨੁਮਾਇੰਦਿਆਂ ਨੇ ਆਪਣੀਆਂ ਜਿਹੜੀਆਂ ਤਨਖਾਹਾਂ ਤੇ ਮੁਰਾਦ ਨੇ ਉਹਨਾਂ 'ਚ 200% ਮਜ਼ੀਦ ਇਜ਼ਾਫਾ ਕਰਨ ਦਾ ਫੈਸਲਾ ਕੀਤਾ ਹੈ। ਅਜੇ ਕੱਲ੍ਹ ਹੀ ਅਸੀਂ ਤੁਹਾਡੇ ਸਾਹਮਣੇ ਖਬਰ ਰੱਖੀ ਸੀ ਕਿ FBR ਦੇ ਜਿਹੜੇ ਇਸ ਵੇਲੇ ਅਫਸਰਾਨ ਨੇ ਉਹਨਾਂ ਨੂੰ 6 ਅਰਬ ਰੁਪਈਏ ਦੀਆਂ 1010 ਨਵੀਆਂ ਹੋਂਡਾ ਸਿਟੀ ਗੱਡੀਆਂ ਖਰੀਦ ਕੇ ਦੇਣ ਦਾ ਫੈਸਲਾ ਕੀਤਾ ਹੈ। ਹੁਣ 200% ਜਿਹੜਾ ਉਹ ਮੁਰਾਦ ਤੇ ਤਨਖਾਹਾਂ ਜਿਹੜੀਆਂ ਉਹ ਜਿਹੜੇ ਕੌਮ ਤੁਹਾਡੇ ਅਵਾਮੀ ਨੁਮਾਇੰਦੇ ਨੇ ਉਹਨਾਂ ਦੀਆਂ ਤਨਖਾਹਾਂ ਤੇ ਮੁਰਾਦ 200% ਵਧਣਗੀਆਂ। ਪਹਿਲਾਂ ਹੀ ਉਹਨਾਂ ਦੇ ਉੱਤੇ ਅਰਬਾਂ ਰੁਪਈਆ ਖਰਚ ਹੁੰਦਾ, ਸਾਰਾ ਰਲਾ ਮਿਲਾ ਲਓ ਸਾਰੀਆਂ ਅਸੈਂਬਲੀਆਂ ਵਗੈਰਾ ਨੂੰ ਤੇ ਸਾਰੇ ਇਹਨਾਂ ਦੇ ਖਾਤੇ ਜਿਹੜੇ ਨੇ, ਅਤੇ ਹੁਣ ਉਹਨਾਂ 'ਚ 200% ਹੋਰ ਮਜ਼ੀਦ ਇਜ਼ਾਫਾ ਕੀਤਾ ਜਾ ਰਿਹਾ। ਦੂਜੇ ਪਾਸੇ ਮੈਂ ਹੁਣੇ ਹੀ ਤੁਹਾਨੂੰ ਆਖਿਆ ਵੀ ਗੁਰਬਤ ਦੀ ਲਕੀਰ ਤੋਂ ਕੋਈ 1.25 ਕਰੋੜ 1.5 ਕਰੋੜ ਬੰਦਾ ਹੋਰ ਥੱਲੇ ਚਲਾ ਗਿਆ। ਟੋਟਲ ਨਹੀਂ, ਹੋਰ 1 ਸਾਲ ਦੇ ਵਿੱਚ ਮਜ਼ੀਦ 1.25 ਕਰੋੜ ਬੰਦਾ ਇਹਨਾਂ ਐਡ ਕੀਤਾ ਜਿਹੜਾ ਗੁਰਬਤ ਦੀ ਲਕੀਰ ਤੋਂ ਥੱਲੇ ਗਿਆ। ਇਹ ਹੁਣ ਗੁਰਬਤ ਦੀ ਲਕੀਰ ਹੈ, ਤੁਸੀਂ ਅਕਸਰ ਸੁਣਦੇ ਹੋ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਬੰਦੇ ਕੋਲ ਇੱਕ ਵੇਲੇ ਖਾਣ ਦੀ ਰੋਟੀ ਹੋਵੇ, ਦੂਜੇ ਵੇਲੇ ਦਾ ਪਤਾ ਨਾ ਹੋਵੇ। ਅੱਛਾ, ਇਹ ਵੀ ਅਸੀਂ ਅਕਸਰ ਮੁਹਾਵਰਤਨ ਗੱਲਾਂ ਕਹਿੰਦੇ ਤਾਂ ਸਾਨੂੰ ਲੱਗਦਾ ਹੈ ਕਿ ਇਹ ਬਸ ਮੁਹਾਵਰਤ ਨਹੀਂ ਹੈ। ਮਸਲਨ ਜਿਹੜਾ ਬੰਦਾ ਕੋਈ ਚੰਗੀ ਮਾੜੀ ਤਨਖਾਹ ਉਹਦੀ ਥੋੜ੍ਹੀ ਬਹੁਤ ਚੰਗੀ ਹੈ, ਉਹ ਮਹੀਨੇ ਦੇ ਆਖਰ 'ਤੇ ਉਹਨੂੰ ਤਨਖਾਹ ਲੱਭਦੀ, ਉਹ ਕੁਝ ਕਿਰਾਏ ਦੇ ਵਿੱਚ ਪੈਸੇ ਦਿੰਦਾ ਹੈ, ਕੋਈ ਬਿਜਲੀ ਦੇ ਦਿੰਦਾ ਹੈ, ਕੁਝ ਆਪਣਾ ਰਾਸ਼ਨ ਲਿਆ ਕੇ ਸੁੱਟ ਲੈਂਦਾ ਹੈ, ਅਤੇ ਉਹਦਾ ਬੜਾ ਮੁਸ਼ਕਿਲ ਨਾਲ ਗੁਜ਼ਰ ਬਸਰ ਹੁੰਦਾ ਹੈ। ਉਹਨੂੰ ਤੁਸੀਂ ਗੁਰਬਤ ਦੀ ਲਕੀਰ ਤੋਂ ਥੱਲੇ ਨਹੀਂ ਆਖੋਗੇ, ਕਿਉਂਕਿ ਉਹਦੇ ਕੋਲ ਘਰ ਹੈ, ਚਲੋ ਗੋਸ਼ਤ ਖਾਣ ਨੂੰ ਨਹੀਂ ਹੈ ਤੇ ਦਾਲ ਹੈਗੀ ਹੈ, ਉਹਦੇ ਕੋਲ ਦੂਜੇ ਵੇਲੇ ਦੀ ਰੋਟੀ ਦਾ ਕੋਈ ਨਾ ਕੋਈ ਬੰਦੋਬਸਤ ਮੌਜੂਦ ਹੈ। ਗੁਰਬਤ ਦੀ ਲਕੀਰ ਤੋਂ ਥੱਲੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਰਾਸ਼ਨ ਨਹੀਂ ਹੁੰਦਾ, ਜਿਹੜੇ ਹਫਤੇ ਦਾ ਸੌਦਾ ਨਹੀਂ ਖਰੀਦ ਸਕਦੇ, ਦਿਨ ਦੇ ਦਿਨ ਦਾ ਸੌਦਾ ਖਰੀਦਦੇ ਨੇ। ਅੱਜ ਮਜ਼ਦੂਰੀ ਕੀਤੀ ਤੇ ਅੱਜ ਹੀ ਸੌਦਾ ਖਰੀਦਿਆ, ਉਹਨਾਂ ਕੀ ਦੁੱਧ ਲਿਆ ਸਕਦੇ ਨੇ, ਉਹਨਾਂ ਕੀ ਘਿਓ ਲਿਆ ਸਕਦੇ ਨੇ, ਉਨੀ ਕੀ ਦਾਲ ਲਿਆ ਸਕਦੇ ਨੇ। ਜੇ ਇੱਕ ਦਿਨ ਖਾ ਲਈ ਹੈ ਤੇ ਅਗਲੇ ਦਿਨ ਦਾ ਨਹੀਂ ਪਤਾ ਵੀ ਰੋਟੀ ਕਿੱਥੋਂ ਲੱਭਣੀ ਹੈ। ਇਹ ਨਹੀਂ ਕਿ ਫ੍ਰਿਜ ਦੇ ਵਿੱਚ ਲੈਫਟ ਓਵਰ ਵੀ ਪਏ ਨੇ ਤੇ ਪੈਂਟਰੀ ਵੀ ਭਰੀ ਹੈ ਤਮਾਮ ਜਿਹੜਾ ਤੁਹਾਡੇ ਕੋਲ ਸਮਾਨ ਹੈ, ਜਾਂ ਚਲੋ ਕੋਈ ਮਾੜਾ ਚੰਗਾ ਜੋ ਵੀ ਪਿਆ ਤੁਹਾਡੇ ਕੋਲ ਤੇ ਤੁਸੀਂ ਆਖੋ ਜੀ ਅਸੀਂ ਵੀ ਗਰੀਬ ਹੈ। ਇੰਜ ਤੇ ਤੁਸੀਂ ਵੇਖਿਆ ਨਾ ਪਾਕਿਸਤਾਨ 'ਚ ਅਕਸਰ ਜ਼ਕਾਤ ਦੇ ਜਾਂ ਗਰੀਬਾਂ ਵਾਸਤੇ ਕੋਈ ਵੀ ਕੰਮ ਸ਼ੁਰੂ ਕਰੋ ਤੇ ਹਰ ਬੰਦਾ ਆਂਦਾ ਜੀ ਮੈਂ ਵੀ ਗਰੀਬ ਹੈ। ਮੈਂ ਨਹੀਂ ਆਂਦਾ ਕਿ ਲੋਕੀ ਗਰੀਬ ਨਹੀਂ ਹੈਗੇ, ਲੇਕਿਨ ਕਈ ਸਾਰੇ ਜਿਹੜੇ ਗਰੀਬ ਨਹੀਂ ਵੀ ਹੁੰਦੇ ਉਹ ਵੀ ਉਹਨਾਂ 'ਚ ਜਾ ਖਲੋਂਦੇ ਨੇ। ਇਹ ਸਾਡਾ ਕੌਮੀ ਵਤੀਰਾ ਹੈ। ਤੁਹਾਨੂੰ ਚੇਤੇ ਹੀ ਹੋਏਗਾ ਕਿ ਆਸਮਾ ਸ਼ਰਾਜ਼ੀ ਸਾਹਿਬਾ ਨੇ ਜਿਹੜਾ ਬੇਵਾ ਨਾਦਾਰ ਲੋਕਾਂ ਵਾਸਤੇ ਸਰਕਾਰੀ ਹੱਜ ਬਣਾਇਆ ਸੀ, ਉਹਦੇ 'ਚ ਉਹਨਾਂ ਜਾ ਕੇ ਹੱਜ ਕਰ ਲਿਆ ਸੀ, ਅਤੇ ਬਾਅਦ ਦੇ ਵਿੱਚ ਉਹ ਆਖਦੇ ਰਹੇ ਕਿ ਨਹੀਂ ਇਹ ਹੱਜ ਜਿਹੜਾ ਹੈ ਇਹ ਮੈਂ ਠੀਕ ਕੀਤਾ ਸੀ, ਮੈਂ ਗਲਤ ਨਹੀਂ ਸੀ ਕੀਤਾ। ਮਤੀਉੱਲਾ ਜਾਨ ਸਾਹਿਬ ਦਾ ਜਿਹੜਾ ਇੰਟਰਵਿਊ ਸੀ ਉਹਦੇ 'ਚ ਪੂਰਾ ਸੀਨਾ ਠੋਕ ਕੇ ਆਖਦੇ ਸਨ ਕਿ ਜਨਾਬ ਇਹ ਹੱਜ ਮੈਂ ਕੋਈ ਗਲਤ ਨਹੀਂ ਕੀਤਾ, ਮੈਂ ਇਹ ਕੰਮ ਜਿਹੜਾ ਬਿਲकुल ठीक ਕੀਤਾ। ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਇਹ ਸੁਣ ਲਓ। प्लाट लेना गलत है, बिल्कुल गलत हज है, करना जायज बिल्कुल है, जायज, सरकारी पैसे, बिल्कुल जायज, आवाम के पैसे, बिल्कुल जायज, जो सैलाब के बिल्कुल जायज, मुतासरीन है उनको 1-1 रुपए को तरस रहे बिल्कुल जायज हैं, है। और आप जो है लाखों रुपए का हज बिल्कुल करके आ जायज है, गए, इसलिए मुफ्त में ना, मैं आपको ये बात कह रही हूँ कि आप अपने जाती पैसे क्यों नहीं लगा। ਸੁਣ ਲਿਆ ਜੀ। ਹੁਣ ਇਹ ਜਿਹੜੇ ਸਾਡੇ ਅਵਾਮੀ ਨੁਮਾਇੰਦੇ ਨੇ ਉਹਨਾਂ ਨੇ ਵੀ ਆਖਿਆ ਵੀ ਚਲੋ ਵੇਖੀ ਜਾਏਗਾ ਜੋ ਕੁਝ ਹੋਏਗਾ, ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਇਹ ਵਾਲਾ ਕੰਮ ਸਾਰਿਆਂ ਨੇ ਸਾਂਭਿਆ ਕਿ ਬਸ ਹਰ ਪਾਸੇ ਇੱਕੋ ਹੀ ਕੰਮ ਹੈ, ਲੁੱਟੋ ਜਿਹੜਾ ਲੁੱਟ ਸਕਦਾ। ਉਹਨਾਂ ਆਖਿਆ ਅਸੀਂ ਵੀ ਆਪਣਾ ਜਿਹੜਾ ਵਿੱਚੋਂ ਬਾਲਟੀ ਭਰੀਏ, ਬਾਲਟੀ ਨਹੀਂ ਚਲੋ ਡਰਮ ਭਰੀਏ ਆਪਣਾ। ਉਹਨਾਂ ਹੁਣ 200% ਜਿਹੜੀ ਆਪਣੀ ਮੁਰਾਦ ਜਿਹੜੀਆਂ ਨੇ ਉਹ ਵਧਾਉਣ ਵਾਸਤੇ ਉਹਨਾਂ ਨੇ ਇਹ ਕੰਮ ਜਿਹੜਾ ਉਹ ਕਰ ਦਿੱਤਾ। ਅੱਛਾ, ਦੂਜੇ ਪਾਸੇ ਲਾਹੌਰ ਦੇ ਵਿੱਚ ਮੋਟਰਸਾਈਕਲ ਚਲਾਉਣ ਵਾਲੇ ਜਿਹੜੇ ਲੋਕ ਨੇ ਸਾਰੇ, ਜਿਹੜਾ ਮੋਟਰਸਾਈਕਲ ਚਲਾਏਗਾ ਉਹਨੇ ਵੀ ਹੁਣ ਹੈਲਮਟ ਪਾਉਣਾ, ਜਿਹੜਾ ਪਿੱਛੇ ਬਵੇਗਾ ਉਹਨੇ ਵੀ ਹੁਣ ਹੈਲਮਟ ਪਾਉਣਾ। ਹੁਣ ਇਹ ਕਾਨੂੰਨ ਬਣਾਉਣ ਵਾਲਿਆਂ ਨੇ ਤੇ ਇਸ ਲਈ ਬਣਾਇਆ ਹੋਣਾ ਹੈ ਕਿ ਕਿਸੇ ਆਪਣੇ ਸੱਜਣ ਨੇ ਹੈਲਮਟ ਮੰਗਵਾਏ ਹੋਣੇ ਨੇ, ਜਾਂ ਹੈਲਮਟ ਬਣਾਉਣ ਦੀ ਫੈਕਟਰੀ ਲਾਈ ਹੋਣੀ, ਉਹਦੀ ਅਗਰਾਈ ਕਰਾਉਣ ਵਾਸਤੇ, ਉਹਦੀ ਵਿਕਰੀ ਕਰਾਉਣ ਵਾਸਤੇ, ਤਾਂ ਕਿ ਉਹਦੀ ਚੀਜ਼ ਵਿਕੇ। ਤੇ ਉਹਨਾਂ ਕਾਨੂੰਨ ਇਹੋ ਜਿਹਾ ਬਣਾ ਦਿੱਤਾ ਹੁਣ ਲੋਕਾਂ ਨੂੰ ਹੈਲਮਟ ਖਰੀਦਣੇ ਪੈਣਗੇ। ਮਾਜ਼ੀ 'ਚ ਸਾਰਾ ਕੁਝ ਹੋ ਚੁੱਕਿਆ ਹੈ। ਇਹ ਮੈਂ ਕੋਈ ਤੁਹਾਨੂੰ ਐਸੀ ਗੱਲ ਨਹੀਂ ਅਨਹੋਣੀ ਦੱਸਦਾ ਕਿ ਜਿਹੜੀ ਪਾਕਿਸਤਾਨ 'ਚ ਨਹੀਂ ਹੋਈ। ਮਾਜ਼ੀ 'ਚ ਕਾਨੂੰਨ ਬਣਾਏ ਹੀ ਇਸ ਲਈ ਜਾਂਦੇ ਨੇ ਕਿ ਕਿਸੇ ਆਪਣੇ ਨੂੰ ਫਾਇਦਾ ਦੇਣਾ ਹੁੰਦਾ ਹੈ। ਇਹ ਕਾਨੂੰਨ ਤਾਂ ਉਹਨਾਂ ਇਸ ਲਈ ਬਣਾਇਆ ਹੋਏਗਾ, ਲੇਕਿਨ ਇਹਨੂੰ ਛੱਡ ਦੇਣੇ 1 ਮਿੰਟ ਵਾਸਤੇ। ਤੁਸੀਂ ਆਪਣਾ ਫਾਇਦਾ ਵੇਖਣਾ। ਪਾਕਿਸਤਾਨੀ ਕੌਮ ਮੈਂ ਵਾਹਿਦ ਕੌਮ ਵੇਖੀ ਹੈ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਾਉਣਾ।
ਔਰ ਇਸ ਚੀਜ਼ ਨੂੰ ਪਤਾ ਨਹੀਂ ਕਿੱਡਾ ਕੁ ਵੱਡਾ ਫਖਰ ਦਾ ਕੰਮ ਸਮਝਦੇ ਨੇ। ਬਕਾਇਦਾ ਪਾਕਿਸਤਾਨ ਦੇ ਵਿੱਚ ਉਹ ਸੀਟ ਬੈਲਟ ਤੁਹਾਨੂੰ ਪਤਾ ਅੱਜ ਕੱਲ੍ਹ ਗੱਡੀਆਂ ਦੇ ਵਿੱਚ ਨਾ ਲਾਓ, ਉਹ ਬਕਲ ਜਿਹੜਾ ਫਿੱਟ ਨਾ ਹੋਵੇ ਜਾ ਕੇ, ਤੇ ਉਹ ਗੱਡੀ ਜਿਹੜੀ ਉਹ ਆਵਾਜ਼ ਕੱਢਦੀ ਰਹਿੰਦੀ, ਉਹਦੇ ਵਿੱਚ ਉਹ ਇੱਕ ਬੀਪ ਵੱਜਦੀ ਰਹਿੰਦੀ ਹੈ। ਉਹ ਬੀਪ ਜਿਹੜੀ ਬੜੀ ਅਨੋਇੰਗ ਹੁੰਦੀ ਹੈ ਕੰਨਾਂ ਵਾਸਤੇ, ਉਹਦੇ ਕੋਲ ਜਾਨ ਛੁਡਾਉਣ ਵਾਸਤੇ ਉਹ ਜਿਹੜਾ ਉਹ ਬਕਲ ਉਹਦੇ ਵਿੱਚ ਕਲਿੱਪ ਲਾਉਂਦੇ ਨੇ, ਜਿਹੜਾ ਉਹ ਅਲੱਗਾ ਕਲਿੱਪ ਖਰੀਦਦੇ ਨੇ ਪਾਕਿਸਤਾਨ 'ਚ ਲੋਕੀ। ਮੈਨੂੰ ਪਤਾ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਹੋਏਗਾ ਸੁਣ ਕੇ, ਲੇਕਿਨ ਤੁਸੀਂ ਵੇਖਿਆ ਹੋਏਗਾ ਕਿਸੇ ਨਾ ਕਿਸੇ ਨੂੰ ਇਹ ਕਰਤੂਤ ਕਰਦੇ ਆ ਤਾਂ ਉਹ ਬੜਾ ਫਖਰੀਆ ਤਰੀਕੇ ਨਾਲ ਉਹਨੇ ਉਹ ਕਲਿੱਪ ਲਾਇਆ ਹੁੰਦਾ ਹੈ। ਕਲਿੱਪ ਪੱਕਾ ਹੀ ਲਾਇਆ ਹੁੰਦਾ ਹੈ, ਮਤਲਬ ਗੱਡੀ ਦਾ ਸੀਟ ਬੈਲਟ ਪੱਕਾ ਹੀ ਔਨ ਹੈ। ਉਹ ਬਹਿੰਦੇ ਨੇ ਬੜੇ ਮਜ਼ੇ ਨਾਲ ਬਗੈਰ ਸੀਟ ਬੈਲਟ ਲਾਉਣ ਤੋਂ ਉਹ ਗੱਡੀ ਚਲਾਉਂਦੇ ਨੇ। ਅੱਛਾ, ਹੁਣ ਜ਼ਾਹਿਰ ਹੈ ਇਹਦੇ 'ਚ ਕੋਈ ਨਾ ਕੋਈ ਬਹਾਦਰੀ ਹੋਏਗੀ, ਉਹਨਾਂ ਨੂੰ ਮਹਿਸੂਸ ਹੁੰਦੀ ਹੋਏਗੀ। ਜਦੋਂ ਤੁਹਾਡਾ ਐਕਸੀਡੈਂਟ ਹੁੰਦਾ ਹੈ ਕਿਸੇ ਵੀ ਬੰਦੇ ਦਾ, ਤੇ ਜ਼ਾਹਿਰ ਹੈ ਝਟਕਾ ਵੱਜਦਾ ਹੈ। ਜਦੋਂ ਝਟਕਾ ਵੱਜਦਾ ਹੈ ਤੇ ਕਦੀ ਆਪਣੇ ਆਪ ਨੂੰ ਤੁਸੀਂ ਵੇਖੋ, ਜਦੋਂ ਗੱਡੀ 'ਚ ਤੁਸੀਂ ਬੈਠੇ ਹੋ, ਜ਼ਾਹਿਰ ਹੈ ਸਪੀਡ ਉਹਦੀ ਤੇਜ਼ ਹੈ, ਸਟੀਅਰਿੰਗ ਤੁਸੀਂ ਫੜਿਆ, ਝਟਕਾ ਵੱਜਣਾ, ਸਟੀਅਰਿੰਗ ਤੁਹਾਡਾ ਛੁੱਟਣਾ, ਤੇ ਤੁਸੀਂ ਉਹਦੇ ਵਿੱਚ ਇੱਕ ਐਸੀ ਚੀਜ਼ ਹੋ, ਬਾਕੀ ਤੇ ਹਰ ਚੀਜ਼ ਕਿਤੇ ਨਾ ਕਿਤੇ ਵੱਜੀ ਹੈ। ਸਟੀਅਰਿੰਗ ਵੀ ਕਿਸੇ ਕਾਬਲੇ ਨਟ ਦੇ ਨਾਲ ਗੱਡੀ ਦੇ ਵਿੱਚ ਵੱਜਿਆ ਹੋਇਆ, ਸੀਟਾਂ ਵੀ ਉਹਦੇ ਫਰਸ਼ ਦੇ ਵਿੱਚ ਲੱਗੀਆਂ ਨੇ, ਉਹਦੇ ਦਰਵਾਜ਼ੇ ਵੀ ਕਿਸੇ ਨਟਾਂ ਦੇ ਨਾਲ ਲੱਗੇ ਨੇ। ਉਸ ਪੂਰੀ ਗੱਡੀ 'ਚ ਫ੍ਰੀ ਫਾਲ ਦੋ ਹੀ ਸ਼ਾਵਾਂ ਹੋ ਸਕਦੀਆਂ ਨੇ, ਇੱਕ ਤੇ ਕੋਈ ਤੁਸੀਂ ਪੈਪਸੀ, ਕੋਕ ਜਾਂ ਕੋਈ ਹੋਰ ਮਸ਼ਰੂਬ ਜਾਂ ਕੋਈ ਪਾਣੀ ਦੀ ਬੋਤਲ ਜਿਹੜੀ ਕੋਈ ਰੱਖੀ ਹੈ ਉਹ ਹੋਏਗੀ, ਉਹ ਜ਼ਾਹਿਰ ਹੈ ਵੱਜੀ ਨਹੀਂ ਵਿੱਚ, ਤੇ ਜਾਂ ਕੋਈ ਟਿਸ਼ੂ ਪੇਪਰ ਦਾ ਡੱਬਾ ਰੱਖਿਆ ਉਹ, ਜਾਂ ਕੋਈ ਆਪਣੇ ਕੋਲ ਕੱਪੜੇ ਰੱਖੇ ਨੇ ਉਹ ਨੇ, ਤੇ ਜਾਂ ਤੁਸੀਂ ਹੋ। ਉਹ ਜਿਵੇਂ ਫੁੱਟਬਾਲ ਉੱਡਦਾ ਹੈ ਨਾ ਗੱਡੀ 'ਚੋਂ, ਇਵੇਂ ਗੱਡੀ ਦਾ ਭਾਵੇਂ ਛੋਟਾ ਐਕਸੀਡੈਂਟ ਹੋਵੇ, ਲੇਕਿਨ ਉਹ ਕਈ ਵਾਰੀ ਬੰਦੇ ਜਿਹੜੇ ਨੇ ਉਹ ਸ਼ੀਸ਼ਾ ਤੋੜ ਕੇ, ਜਿਵੇਂ ਖਿੜਕੀ ਤੋੜ ਹੁੰਦਾ ਹੈ ਨਾ ਕੰਮ, ਸ਼ੀਸ਼ਾ ਤੋੜ ਕੇ ਉਹ ਗਾਂਹ ਪੈਂਦੇ ਨੇ, ਗਾਂਹ ਬਾਹਰ ਨਿਕਲ ਕੇ ਨਾ ਵੀ ਡਿੱਗਣ, ਤੇ ਕਈ ਵਾਰੀ ਝਟਕਾ ਐਸਾ ਵੱਜਦਾ ਹੈ ਕਿ ਪਿੱਛੋਂ ਆਪਣੀ ਰੀੜ੍ਹ ਦੀ ਹੱਡੀ ਜਿਹੜੀ ਉੱਥੇ ਸੀਟ ਦੇ ਉੱਤੇ ਬੈਠੇ ਤੜਾ ਬਹਿੰਦੇ ਨੇ। ਉਸ ਤੋਂ ਬਾਅਦ ਮਾਜ਼ੂਰ ਤੇ ਸਾਰੀ ਉਮਰੇ ਜਿਹੜਾ ਉਹ ਉੱਠਣ ਬਹਿਣ ਤੋਂ ਵੀ ਤੰਗ। ਲੇਕਿਨ ਸੀਟ ਬੈਲਟ ਨਹੀਂ ਬੰਨਣੀ। ਇਸੇ ਤਰੀਕੇ ਨਾਲ ਜਵਾਨਾਂ ਨੇ ਮੋਟਰਸਾਈਕਲ ਤੇ ਹੈਲਮਟ ਨਹੀਂ ਪਾਉਣਾ। ਇਹਦੇ ਤੇ ਪਤਾ ਨਹੀਂ ਕਿੱਡੀ ਕੁ ਬਹਾਦਰੀ ਜਿਹੜੀ ਹੈ ਉਹ ਸੋਚੀ ਹੈ। ਇਹ ਕੋਈ ਬਹਾਦਰੀ ਵਾਲੇ ਕੰਮ ਨਹੀਂ। ਅਗਰ ਕੋਈ ਬਹਾਦਰੀ ਕਰਨੀ ਹੈ ਤਾਂ ਕੋਈ ਦੁਰਸਤ ਕਰੋ। ਇਹ ਤੇ ਆਪਣੀ ਜਾਨ ਬਚਾਉਣ ਵਾਲੇ ਕੰਮ ਨੇ। ਕੱਪੜੇ ਵੀ ਤਾਂ ਪਾ ਕੇ ਨਿਕਲਦੇ ਜੇ ਨਾ, ਇਹ ਵੀ ਹੈਲਮਟ ਨੂੰ ਵੀ ਕੱਪੜਿਆਂ ਤਰ੍ਹਾਂ ਹੀ ਸਮਝੋ, ਤੇ ਇਹ ਹੈਲਮਟ ਪਾਇਆ ਕਰੋ ਮੇਰੇ ਵੀਰ, ਭਾਵੇਂ ਅੱਗੇ ਬਹਿੰਦੇ ਹੋ ਤੇ ਭਾਵੇਂ ਪਿੱਛੇ ਬਹਿੰਦੇ ਹੋ। ਇਹਦੇ ਨਾਲ ਇਹਨੂੰ ਛੱਡਣਾ ਜਿਹੜਾ ਉਹ ਮੁਨਾਸਬ ਨਹੀਂ ਹੈਗਾ। ਇਹ ਸਿਰਫ ਤੁਹਾਨੂੰ ਅੱਜ ਦੱਸਣਾ ਸੀ ਕਿ ਪੁਲਿਸ ਨੇ ਕਾਨੂੰਨ ਬਣਾਇਆ, ਉਹਨਾਂ ਨੇ ਤਾਂ ਜ਼ਾਹਿਰ ਹੈ ਇਹਦੇ ਪਿੱਛੇ ਬਾਜੀ ਦੀ ਪੁਲਿਸ ਹੈ, ਕੁਝ ਨਾ ਕੁਝ ਕੀਤਾ ਹੋਣਾ। ਚਲੋ ਇਹ ਪੁਲਿਸ ਦੀ ਗੱਲ ਹੋਣ ਡਈ ਤੇ ਤੁਹਾਨੂੰ ਇੱਕ ਹੋਰ ਵੀ ਕੰਮ ਵਿਖਾ ਦਿੰਦੇ ਹਾਂ ਕਿ ਜੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਇਨਵੈਸਟੀਗੇਸ਼ਨ ਦੇ ਨਵੇਂ ਤੋਂ ਨਵੇਂ ਤਰੀਕੇ ਮੌਜੂਦ ਨੇ। ਜ਼ਾਹਿਰ ਹੈ ਤੁਸੀਂ ਲੋਕਾਂ ਦੇ ਜਿਹੜੇ ਤੁਹਾਨੂੰ ਯਾਦ ਹੈ ਜਿਸ ਵੇਲੇ 9 ਮਈ ਦਾ ਇਹਨਾਂ ਸਾਰਾ ਰੌਲਾ ਪਾਇਆ ਸੀ, ਤੇ ਉਸ ਵੇਲੇ ਇਹਨਾਂ ਨੇ ਜੀਓ ਫੈਂਸਿੰਗ ਤੇ ਪਤਾ ਨਹੀਂ ਕੀ ਕੁਝ ਤੁਹਾਨੂੰ ਸੁਣਾਇਆ ਸੀ। ਉਹ ਸਾਰੇ ਕੰਮ ਹੋਣ ਦੇ ਬਾਵਜੂਦ ਇਹ ਮੈਂ ਤੁਹਾਨੂੰ ਪੂਰਾ ਨਹੀਂ ਵਿਖਾ ਸਕਦਾ ਵੀਡੀਓ, ਕਿਉਂਕਿ YouTube ਅਲਾਉ ਨਹੀਂ ਕਰਦੀ। ਇੱਕ ਛੋਟਾ ਜਿਹਾ 3 ਤੋਂ 4 ਸੈਕਿੰਡ ਦਾ ਸਿਰਫ ਕਲਿੱਪ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਨਾਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਆਵਾਜ਼ ਇਹਦੀ ਮੈਂ ਨਹੀਂ ਸੁਣਾ ਸਕਦਾ ਤੁਹਾਨੂੰ। ਉਹਦੀ ਵਜ੍ਹਾ ਹੈ ਕਿ ਉਹ ਬੰਦਾ ਇਸ ਬੁਰੇ ਤਰੀਕੇ ਨਾਲ ਚੀਖਾਂ ਮਾਰ ਰਿਹਾ। ਉਹਦੇ ਹੱਥ ਬੰਨੇ ਨੇ ਔਰ ਉਹਨੂੰ ਪੁੱਠਾ ਲਟਕਾਇਆ ਹੱਥਾਂ ਦੇ ਭਾਰ ਤੇ ਸਾਰਾ, ਔਰ ਉਹਦੇ ਮੋਢੇ ਭਾਵੇਂ ਨਿਕਲ ਜਾਣ ਵਿਚਾਰੇ ਦੇ, ਉਹਦੇ ਹੱਥ ਪਿੱਛੇ ਬੰਨ੍ਹ ਕੇ ਤੇ ਉਹਨੂੰ ਉੱਤੇ ਲਟਕਾ ਦਿੱਤਾ। ਤੇ ਸੋਚੋ ਉਹਨੂੰ ਸਾਰੀ ਜ਼ਿੰਦਗੀ ਵਾਸਤੇ ਮਾਜ਼ੂਰ ਕਰ ਦੇਣਗੇ। ਲੇਕਿਨ ਨਾ ਉਹਨਾਂ ਨੂੰ ਸ਼ਰਮ ਆਉਣ ਡਈ, ਜਿਹੜੇ 3 ਥੱਲੇ ਬੈਠੇ ਨੇ ਗੰਦੀਆਂ ਉਹਨੂੰ ਮਾਂ ਭੈਣ ਦੀਆਂ ਗਾਲਾਂ ਕੱਢਣ ਡਏ ਨੇ, ਤੇ ਇਹ ਇਨਵੈਸਟੀਗੇਸ਼ਨ ਹੋਣ ਡਈ। ਦੱਸੋ ਇਹਨਾਂ ਤਿੰਨਾਂ 'ਚੋਂ ਕਿਸੇ ਨੂੰ ਲਟਕਾ ਦਿਓ ਤੇ ਜੋ ਮਰਜ਼ੀ ਮਨਵਾ ਲਓ। ਇਹਨਾਂ ਤਿੰਨਾਂ 'ਚੋਂ ਲਟਕਾ ਕੇ ਤੇ ਭਾਵੇਂ ਇਹਨਾਂ ਕੋਲੋਂ ਕਿਸੇ ਨੂੰ ਮਨਵਾ ਲਓ ਵੀ ਜਿਹੜਾ ਸਦਰ ਕੈਨੇਡੀ ਨੂੰ ਮਾਰਿਆ ਸੀ ਅਮਰੀਕਾ ਦੇ ਵਿੱਚ, ਉਹ ਇਹਨਾਂ ਤਿੰਨਾਂ 'ਚੋਂ ਕਿਸੇ ਨੇ ਮਾਰਿਆ ਸੀ। ਜੋ ਮਰਜ਼ੀ ਇਹਨਾਂ ਕੋਲ ਮਨਵਾ ਲਓ। ਉਹ ਤੁਹਾਨੂੰ ਦੱਸਿਆ ਨਾ, ਜਦੋਂ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੁੰਦਾ ਤਾਂ ਨਤੀਜਾ ਹੋਰ ਹੁੰਦਾ। ਬੰਦੂਕ ਦਾ ਮੁਕਾਬਲਾ ਮਾਸੂਮ ਬੰਦੇ ਨਾਲ, ਨਿਹੱਤੇ ਨਾਲ ਹੋਵੇ ਤਾਂ ਮੁਕਾਬਲਾ ਹੋਰ ਹੁੰਦਾ। ਇਹ ਸਾਡੀ ਪੁਲਿਸ ਵੀ ਜਾਨਵਰ ਬਣੀ ਹੈ, ਸੁਸਾਇਟੀ ਪੂਰੀ ਜਾਨਵਰ ਬਣੀ। ਜਦੋਂ ਤੱਕ ਕਿਸੇ ਹੋਰ ਨਾਲ, ਆਪਣੇ ਨਾਲ ਧੱਕਾ ਨਹੀਂ ਹੁੰਦਾ, ਦੂਜੇ ਨਾਲ ਹੁੰਦਾ, ਉਹਨੂੰ ਮਹਿਸੂਸ ਹੀ ਨਹੀਂ ਕਰਦੇ ਅਸੀਂ। ਕੋਈ ਲੈਣ ਦੇਣ ਹੀ ਨਹੀਂ। ਇਹ ਵੀ ਹੁਣ ਕਿਸੇ ਮਾਂ ਦਾ ਪੁੱਤਰ ਹੈ। ਹੁਣ ਕਈ ਤੁਹਾਡੇ 'ਚੋਂ ਆਖਣਗੇ ਕਿ ਜੀ ਇਹ ਕ੍ਰਿਮੀਨਲ ਹੈ ਹੀ ਇਹੋ ਜਿਹੇ ਨੇ, ਇਹਨਾਂ ਦੇ ਨਾਲ ਇਹ ਕਰਨਾ ਚਾਹੀਦਾ। ਇਹ ਉਹ ਸੋਚ ਹੈ, ਇਹ ਤੁਹਾਡੀ ਸਾਡੀ ਉਹ ਸੋਚ ਹੈ ਜਿਹੜੀ ਇਸ ਜਹਾਲਤ ਨੂੰ, ਜਿਹੜੀ ਇਸ ਜ਼ੁਲਮ ਨੂੰ ਔਰ ਇਸ ਫਸਤਾਈਅਤ ਨੂੰ ਜਨਮ ਦਿੰਦੀ। ਜਦੋਂ ਤੁਸੀਂ ਕਿਸੇ ਦੇ ਬਾਰੇ ਇਹ ਸੋਚ ਰੱਖੋਗੇ ਤੇ ਇੱਕ ਦਿਨ ਤੁਹਾਡੇ ਨਾਲ ਵੀ ਇਹੀ ਕੰਮ ਹੋਏਗਾ। ਜੇ ਤੁਸੀਂ ਕਿਸੇ ਕੰਮ 'ਚ ਫੜੇ ਜਾਓਗੇ, ਤੁਹਾਡੇ ਤੇ ਭਾਵੇਂ ਝੂਠਾ ਇਲਜ਼ਾਮ ਲੱਗਾ ਹੋਵੇ, ਉਸੇ ਪੁਲਿਸ ਨੇ ਕਹਿਣਾ ਕਿ ਗਿੱਲ ਸਾਹਿਬ ਤੁਹਾਨੂੰ ਨਹੀਂ ਪਤਾ, ਇਹ ਜਿਹੜੇ ਮੁਲਜ਼ਮ ਨੇ ਨਾ, ਇਹ ਜਿਹੜੇ ਮੁਜਰਮ ਨੇ ਜਾਂ ਮੁਲਜ਼ਮ ਨੇ, ਇਹ ਇੰਝ ਹੀ ਪਖੰਡ ਕਰਦੇ ਨੇ, ਮਾਸੂਮ ਕੋਈ ਨਹੀਂ, ਬਸ ਕਹਿਣ ਡਿਆ, ਇੰਝ ਤੁਹਾਨੂੰ ਵੀ ਲਟਕਾ ਦੇਣਗੇ। ਤੇ ਇਹ ਜਿਹੜਾ ਵਤੀਰਾ ਪੁਲਿਸ ਦਾ, ਇਹਦੇ ਤੇ ਕੁਝ ਸੋਚਣਾ ਚਾਹੀਦਾ। ਪਰ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਦੇ ਹਾਂ, ਉਹ ਖਵਾਤੀਨ ਤੇ ਜ਼ੁਲਮ। ਸੀਨੀਅਰ ਅਫਗਾਨ ਤਾਲਿਬਾਨ ਜਿਹੜੇ ਨੇ ਰਹਿਨੁਮਾ ਦੀ ਗ੍ਰਿਫਤਾਰੀ ਦਾ ਮੁਤਾਲਬਾ ਕੀਤਾ ਗਿਆ ਬੈਨ ਅਲ-ਅਕਵਾਮੀ ਫੌਜਦਾਰੀ ਅਦਾਲਤ ਦੇ ਵਿੱਚ। ਕ੍ਰਿਮੀਨਲ ਕੋਰਟ ਜਿਹੜੀ ਹੈ ICC, ਉਹਦੇ ਚੀਫ ਪ੍ਰੋਸੀਕਿਊਟਰ ਕਰੀਮ ਖਾਨ ਨੇ ਜੁਮੇਰਾਤ ਨੂੰ ਅਫਗਾਨਿਸਤਾਨ ਦੇ ਵਿੱਚ ਜਿਹੜਾ ਖਵਾਤੀਨ ਤੇ ਜ਼ੁਲਮੋ ਸਿਤਮ ਹੋ ਰਿਹਾ, ਉਹਦੇ ਵਿੱਚ ਜਿਹੜੇ ਸੀਨੀਅਰ ਤਾਲਿਬਾਨ ਰਹਿਨੁਮਾ ਨੇ ਉਹਨਾਂ ਦੀ ਖਿਲਾਫ ਵਰਜ਼ੀ ਵਾਸਤੇ ਵਾਰੰਟ ਤਲਬ ਕਰਨ ਵਾਸਤੇ ਉੱਥੇ ਉਹਨਾਂ ਨੇ ਦਰਖਾਸਤ ਦੇ ਦਿੱਤੀ।
ਇਹ ਵੀ ਇੱਕ ਰੌਲਾ ਉੱਥੇ ਚੱਲਣ ਡਿਆ। ਤਾਲਿਬਾਨ ਨੇ ਗਾਲਬਨ 6ਵੀਂ ਜਮਾਤ ਤੋਂ ਅੱਗੇ ਖਵਾਤੀਨ ਦੀ ਤਾਲੀਮ ਜਿਹੜੀ ਉਹਨੂੰ ਬੰਦ ਕੀਤਾ ਹੈ। ਇਹ ਕੋਈ ਚੰਗਾ ਕੰਮ ਤਾਂ ਨਹੀਂ ਹੈ ਵੈਸੇ। ਖਵਾਤੀਨ ਹੋਣ ਜਾਂ ਬੱਚੇ ਹੋਣ ਜਾਂ ਬੱਚੀਆਂ ਹੋਣ, ਤਾਲੀਮ ਉਹਨਾਂ ਦਾ ਬੁਨਿਆਦੀ ਹੱਕ ਹੈ, ਉਹਨਾਂ ਨੂੰ ਲੱਭਣਾ ਚਾਹੀਦਾ। ਲੇਕਿਨ ਇਹ ਵੀ ਹੁਣ ਇਸ ਵੇਲੇ ਕੰਮ ਜਿਹੜਾ ਉਹ ਚੱਲ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਰਲ ਅਲਮੀਡਾ ਸਾਹਿਬ ਨੇ ਇੱਕ ਟਵੀਟ ਕੀਤਾ, ਬੜਾ ਭਰਵਾਂ ਟਵੀਟ ਹੈ ਮੈਂ ਤਾਂ ਕਹਾਂਗਾ। ਉਹਨਾਂ ਕਿਹਾ ਇਮਰਾਨ ਖਾਨ ਜੇਲ੍ਹ ਦੇ ਵਿੱਚ ਬਹਿ ਕੇ ਇੰਜ ਗੱਲ ਕਰਦਾ ਹੈ ਜਿਵੇਂ ਜਨਰਲ ਆਸਿਮ ਮੁਨੀਰ ਜਿਹੜਾ ਉਹ ਜੇਲ੍ਹ 'ਚ ਹੈ ਤੇ ਚਾਬੀਆਂ ਇਮਰਾਨ ਖਾਨ ਦੇ ਕੋਲ ਨੇ। ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਤੇ ਇਮਰਾਨ ਖਾਨ ਹੈ, ਲਿੱਸੀ ਗੱਲ ਤੇ ਇਮਰਾਨ ਖਾਨ ਨੂੰ ਕਰਨੀ ਚਾਹੀਦੀ ਹੈ, ਪਾਕਿਸਤਾਨ ਦੇ ਹਿਸਾਬ ਕਿਤਾਬ ਨਾਲ ਡੀਲ ਤੇ ਇਮਰਾਨ ਖਾਨ ਨੂੰ ਮੰਗਣੀ ਚਾਹੀਦੀ ਹੈ। ਲੇਕਿਨ ਇਮਰਾਨ ਖਾਨ ਡੀਲ ਨਹੀਂ ਮੰਗ ਰਿਹਾ, ਬਲਕਿ ਐਡੀ ਉਹ ਤਗੜੀ ਗੱਲ ਕਰਦਾ ਕਿ ਲੱਗਦਾ ਇੰਜ ਹੈ ਵੀ ਚਾਬੀਆਂ ਉਹਦੇ ਕੋਲ ਨੇ ਤੇ ਅਸਲ 'ਚ ਜਨਰਲ ਆਸਿਮ ਮੁਨੀਰ ਜਿਹੜਾ ਉਹ ਜੇਲ੍ਹ 'ਚ ਨੇ। ਤੇ ਉਹਨਾਂ ਆਖਿਆ ਵੈਸੇ ਬੁਰੀ ਸਟ੍ਰੈਟਜੀ ਇਹ ਨਹੀਂ, ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਬੁਰੀ ਸਟ੍ਰੈਟਜੀ ਨਹੀਂ। ਜਦੋਂ ਜੋ ਕੁਝ ਹੋਣਾ ਹੈ ਉਹ ਤਾਂ ਹੋਣਾ। ਇਮਰਾਨ ਖਾਨ ਕਮ ਅਜ਼ ਕਮ ਉਹਦਾ ਮੁਕਾਬਲਾ ਇਸ ਵੇਲੇ ਖੂਬ ਕਰ ਰਹੇ ਨੇ। ਅੱਛਾ ਜੀ, ਮੁਲਕ ਦੇ ਵਿੱਚ ਜਿਹੜਾ ਸਾਡਾ ਮੁਲਕ ਹੈ, ਇਹਦੀ ਜਿਹੜੀ ਐਕਸਪੋਰਟ ਹੈ ਉਹਦੀ 60% ਐਕਸਪੋਰਟ ਜਿਹੜੀ ਉਹ ਟੈਕਸਟਾਈਲ ਤੋਂ ਆਉਂਦੀ ਹੈ। ਫੈਸਲਾਬਾਦ ਮੇਰਾ ਸ਼ਹਿਰ ਹੈ, ਉੱਥੇ ਪੂਰੀ ਦੀ ਪੂਰੀ ਟੈਕਸਟਾਈਲ ਦੀ ਇੰਡਸਟਰੀ ਹੈ, ਇਸ ਲਈ ਮੈਂ ਇਸ ਸਾਰੇ ਮਾਮਲੇ ਨੂੰ ਜਾਣਨਾ ਹੈ। ਤੇ ਟੈਕਸਟਾਈਲ ਜਿਹੜਾ ਹੈ ਉਹਦੇ ਵਿੱਚ ਪਾਵਰ ਲੂਮਸ ਵੀ ਨੇ, ਹੋਰ ਵੀ ਬੜਾ ਕੁਝ ਹੈ। 60% ਸਾਡੀ ਐਕਸਪੋਰਟ ਦਾ ਜਿਹੜਾ ਪੈਸਾ ਹੈ ਉਹ ਅਸੀਂ ਟੈਕਸਟਾਈਲ ਤੋਂ ਕਮਾਉਂਦੇ ਹਾਂ। ਤੇ ਇਸ ਵੇਲੇ 500 ਤੇ ਕੋਈ 70 ਦੇ ਕਰੀਬ 568 ਟੈਕਸਟਾਈਲ ਮਿੱਲਾਂ ਨੇ। ਉਹਨਾਂ ਦੇ ਵਿੱਚੋਂ 187 ਟੈਕਸਟਾਈਲ ਮਿੱਲਾਂ ਬੰਦ ਹੋ ਗਈਆਂ, ਮਤਲਬ ਕੋਈ 35% ਟੈਕਸਟਾਈਲ ਮਿੱਲਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ। ਸਭ ਤੋਂ ਜ਼ਿਆਦਾ ਟੈਕਸਟਾਈਲ ਮਿੱਲਾਂ ਜਿਹੜੀਆਂ 147 ਦੇ ਕਰੀਬ ਨੇ ਉਹ ਪੰਜਾਬ 'ਚ ਬੰਦ ਹੋਈਆਂ ਨੇ। ਠੀਕ ਹੈ ਜੀ, ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਹਦੇ ਵਿੱਚ ਮਹਿੰਗੀ ਬਿਜਲੀ ਵੀ ਵਜ੍ਹਾ ਹੈ, ਇਹਦੇ ਤੇ ਜੋ ਹਕੂਮਤ ਦੀਆਂ ਮੌਜੂਦਾ ਪਾਲਿਸੀਜ਼ ਨੇ ਉਹ ਵੀ ਵਜ੍ਹਾ ਹੈ। ਤੇ ਇਹ ਜ਼ਾਹਿਰ ਹੈ ਇਹਦੇ ਵਿੱਚ ਹੋਰ ਵੀ ਸੂਬਿਆਂ 'ਚ ਮਿੱਲਾਂ ਬੰਦ ਹੋਈਆਂ ਨੇ। ਬਲੋਚਿਸਤਾਨ 'ਚ 54 ਮਿੱਲਾਂ ਬੰਦ ਹੋਈਆਂ ਨੇ। ਖੈਬਰ ਪਖਤੂਨਖਵਾ ਦੇ ਬਲੋਚਿਸਤਾਨ ਤੇ ਸਿੰਧ ਦੋਵਾਂ 'ਚ ਮਿਲਾ ਕੇ 54 ਨੇ। ਖੈਬਰ ਪਖਤੂਨਖਵਾ 'ਚ 6 ਬੰਦ ਹੋਈਆਂ ਨੇ ਤੇ 147 ਮਿੱਲਾਂ ਜਿਹੜੀਆਂ ਨੇ ਉਹ ਪੰਜਾਬ 'ਚ ਬੰਦ ਹੋਈਆਂ ਨੇ। ਹੁਣ ਇੱਕ ਪਾਸੇ ਤੇ ਆਉਂਦੇ ਨੇ ਕਿ ਅਸੀਂ ਕਾਰੋਬਾਰ ਵਧਾਉਣਾ ਹੈ ਤੇ ਦੂਸਰੇ ਪਾਸੇ ਤੁਸੀਂ ਇਹ ਸੋਚ ਲਓ ਕਿ ਇਹਨਾਂ ਨੇ ਜਿਹੜਾ ਕੋਈ ਸੈਕਟਰ ਮਾੜਾ ਚੰਗਾ ਚੱਲਦਾ ਹੈ ਉਹਦੀ ਵੀ ਤਬਾਹੀ ਕੱਢੀ। ਅਗਲੀ ਖਬਰ ਤੁਹਾਡੇ ਸਾਹਮਣੇ ਪੰਜਾਬ ਤੋਂ ਰੱਖਦੇ, ਮਾਂ ਦਾ ਸੂਬਾ ਹੈ। ਉੱਥੇ ਹੁਣ ਇਹਨਾਂ ਨੇ 20,000 ਉਸਤਾਦ ਨਵੇਂ ਭਰਤੀ ਕਰਨੇ ਨੇ। ਹੁਣੇ ਹੀ ਮਾਂ ਜੀ ਨੇ ਕਿਹਾ ਸੀ ਕਿ ਮੈਂ ਅਲਕਾਦਰ ਯੂਨੀਵਰਸਿਟੀ ਵੀ ਮੇਰੇ ਕੋਲ ਆ ਗਈ ਹੈ ਤੇ ਹੁਣ ਉਹਨੂੰ ਵੀ ਮੈਂ ਹੀ ਚਲਾਉਣਾ ਹੈ। ਅੱਗੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਰਕਾਰੀ ਸਕੂਲ ਸਾਨੂੰ ਚੱਲ ਨਹੀਂ ਸੀ ਰਹੇ ਤੇ ਉਹ ਵੀ ਪ੍ਰਾਈਵੇਟਾਈਜ਼ ਕਰ ਦਿੱਤੇ ਨੇ। ਹੁਣ ਪਤਾ ਲੱਗਾ ਕਿ ਕੋਈ 20 ਕਿ 40,000 ਨਵੇਂ ਉਸਤਾਦ ਰੱਖਣੇ ਨੇ। 20,000 ਉਹ ਜਿਹੜੇ 20,000 ਉਸਤਾਦ ਰੱਖਣੇ ਨੇ ਨਵੇਂ, ਉਹਨਾਂ ਨੂੰ 40,000 ਰੁਪਈਆ ਮਹਾਨਾ ਉਹਨਾਂ ਨੂੰ ਤਨਖਾਹ ਦੇਣੀ। ਨਾ ਉਹਨਾਂ ਦਾ ਕੋਈ ਕੰਟਰੈਕਟ ਹੋਣਾ, ਉਹ 4-4 ਮਹੀਨੇ ਲਈ ਰੱਖਣੇ ਨੇ। ਨਾ ਉਹਨਾਂ ਦਾ ਕੋਈ ਮੈਡੀਕਲ, ਨਾ ਤਨਖਾਹ, ਨਾ ਪੈਨਸ਼ਨ, ਨਾ ਲੌਂਗ ਟਰਮ ਕੋਈ ਕਰੀਅਰ। 4-4 ਮਹੀਨੇ ਵਾਸਤੇ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਨੇ। ਹੁਣ ਉਸ ਤੋਂ ਸੋਚੋ ਵੀ ਉੱਥੋਂ ਕਿਹੋ ਜਿਹੇ ਫਿਰ ਟੀਚਰ ਲੱਭਣਗੇ। 4 ਮਹੀਨੇ ਵਾਸਤੇ ਜਿਹੜਾ ਬੰਦਾ ਜਿਹਨੂੰ ਇਹ ਭਰਤੀ ਕਰਾਉਣਗੇ ਫਿਰ ਸਿਫਾਰਸ਼ੀ ਹੋਣਗੇ, ਨਾ ਪੜ੍ਹਾਉਣਗੇ, ਨਾ ਲੈਣ, ਨਾ ਕੋਈ ਦੇਣ, ਫਿਰ ਕੰਮ ਇੰਝ ਹੀ ਚੱਲੇਗਾ। ਤੇ ਖੈਰ ਬਾਜੀ ਨੂੰ ਵੀ ਐਡਾ ਕੋਈ ਪੜ੍ਹਨ ਛੱਡਣ ਦੇ ਨਾਲ ਮੇਰਾ ਖਿਆਲ ਕੋਈ ਲੈਣ ਦੇਣ ਤੇ ਹੈ ਨਹੀਂ। ਬਾਜੀ ਦੀ ਵੀ ਸੋਚ ਇਹੀ ਹੈ ਵੀ ਚਲੋ ਜਿਹੋ ਜਿਹਾ ਵੀ ਕੰਮ ਹੈ, ਕੰਮ ਚੱਲੇ ਮੇਰਾ। ਅਗਰ ਕੰਮ ਚੱਲ ਰਿਹਾ ਤੇ ਬਾਕੀ ਸਭ ਕੁਝ ਠੀਕ ਹੈ। ਅੱਛਾ ਜੀ, ਅੱਗੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਅਗਰ ਮੈਂ ਅੱਲਾ ਦੇ ਕੋਲ ਗਿਆ ਜਿਸ ਵੇਲੇ ਵੀ, ਜਦੋਂ ਮੈਂ ਅੱਲਾ ਦੀ ਅਦਾਲਤ 'ਚ ਪੇਸ਼ ਹੋਵਾਂਗਾ, ਮਤਲਬ ਕਿ ਵਫਾਤ ਤੋਂ ਬਾਅਦ ਦੀ ਗੱਲ ਕਰਦੇ ਨੇ, ਜ਼ਿੰਦਗੀ 'ਚ ਤਾਂ ਨਹੀਂ ਮੇਰਾ ਖਿਆਲ ਪੇਸ਼ ਹੋਣ ਲੱਗੇ ਅੱਲਾ ਦੀ ਅਦਾਲਤ 'ਚ। ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ। ਬਹਰਹਾਲ ਕਹਿੰਦੇ ਨੇ ਵੀ ਜਦੋਂ ਮੈਂ ਅੱਲਾ ਦੀ ਅਦਾਲਤ 'ਚ ਪੇਸ਼ ਹੋਇਆ ਔਰ ਮੇਰੇ ਕੋਲ ਅਗਰ ਅੱਲਾ ਨੇ ਪੁੱਛਿਆ ਕਿ ਤੂੰ ਕੀ ਕੀਤਾ ਬੰਦਿਆ ਆਪਣੀ ਜ਼ਿੰਦਗੀ 'ਚ, ਤੇ ਮੈਂ ਦੱਸਾਂਗਾ ਜੀ ਮੈਂ ਦਾਨਿਸ਼ ਸਕੂਲ ਬਣਾਇਆ। ਅੱਛਾ, ਦਾਨਿਸ਼ ਸਕੂਲ ਤੁਸੀਂ ਚਾਚੇ ਦੀ ਪੈਸਿਆਂ ਨਾਲ ਬਣਾਇਆ, ਜਿਹੜਾ ਜਨਾਬ ਦਾ ਕਾਰਨਾਮਾ ਹੈ। ਮਤਲਬ ਉਹ ਦਾਨਿਸ਼ ਸਕੂਲ ਤੇ ਸਰਕਾਰੀ ਪੈਸੇ ਨਾਲ ਤੁਸੀਂ ਹੁਕਮ ਸਾਦਰ ਕੀਤਾ ਤੇ ਉਹ ਬਣ ਗਿਆ। ਉਹਦੇ 'ਚ ਮੈਨੂੰ ਦੱਸੋ ਵੀ ਤੁਹਾਡਾ ਕੀ ਕਾਰਨਾਮਾ ਹੈ। ਚਲੋ ਬਹਰਹਾਲ ਇਹ ਵੀ ਮੰਨ ਲੈਨੇ, ਲੇਕਿਨ ਕੀ ਨਾਲ ਉਹ ਜਿਹੜੀ ਆਪਣਾ ਮਾਡਲ ਟਾਊਨ 'ਚ ਹਮਲਾ ਔਰਤਾਂ ਦੇ ਮੂੰਹਾਂ ਦੇ ਵਿੱਚ ਗੋਲੀਆਂ ਮਾਰੀਆਂ ਸੀ, ਜੇ ਉਹ ਅੱਲਾ ਮੀਆਂ ਨੇ ਨਹੀਂ ਪੁੱਛਣਾ ਜਾਂ ਤੁਹਾਨੂੰ ਲੱਗਦਾ ਵੀ ਉਹਦਾ ਉੱਥੇ ਹਿਸਾਬ ਕਿਤਾਬ ਕਿਤੇ ਨਹੀਂ ਲਿਖਿਆ ਹੋਣਾ। ਇਹ ਦੁਨੀਆ 'ਚ ਤਾਂ ਤੁਸੀਂ 2 ਨੰਬਰੀਆਂ ਕਰਦੇ ਹੋ, ਰਿਕਾਰਡ ਸਾੜ ਲੈਂਦੇ ਹੋ। ਅੱਲਾ ਮੀਆਂ ਨੇ ਪੱਕੇ ਬੰਦੋਬਸਤ ਕੀਤੇ ਨੇ। ਇਹ ਜਿਹੜਾ ਪੰਜਾਬ 'ਚ ਤੇ ਜਿਹੜੀ ਤੁਸੀਂ 2 ਨੰਬਰੀ ਕੀਤੀ ਉਸ ਤੋਂ ਬਾਅਦ ਤੁਸੀਂ ਉਹਦਾ ਰਿਕਾਰਡ ਹੀ ਸਾੜ ਦਿੰਦੇ ਹੋ। ਲੇਕਿਨ ਅੱਲਾ ਦੀ ਜ਼ਾਤ ਨੇ ਪੂਰੇ ਬੰਦੋਬਸਤ ਕੀਤੇ ਨੇ। ਤੁਸੀਂ ਜਿੱਥੇ ਵੀ ਜਾਓਗੇ ਉਹ ਤੁਹਾਡੇ ਰਿਕਾਰਡ ਸਾਰੇ ਤੁਹਾਡੇ ਸਾਹਮਣੇ ਰੱਖੇ ਜਾਣਗੇ ਔਰ ਉਹਦੇ ਵਿੱਚੋਂ ਕੋਈ ਸ਼ੈ ਤੁਸੀਂ ਜਿਹੜੀ ਹੈ ਉਹ ਸਾੜ ਨਹੀਂ ਸਕੋਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਸਦਰ ਟਰੰਪ ਨੇ ਸਾਊਦੀ ਅਰਬ ਨੂੰ ਡੰਡਾ ਚੁੱਕ ਲਿਆ ਉਹਨਾਂ ਦੇ ਖਿਲਾਫ। ਉਹਨਾਂ ਆਖਿਆ ਜੀ ਇੱਕ ਤਾਂ ਤੇਲ ਦੀ ਕੀਮਤ ਘੱਟ ਕਰੋ ਔਰ ਦੂਜਾ ਸਾਡੇ ਮੁਲਕ ਦੇ ਵਿੱਚ $1 ਟ੍ਰਿਲੀਅਨ ਦੀ ਇਨਵੈਸਟਮੈਂਟ ਕਰੋ। ਸਿੱਧੀ ਇਹਨੂੰ ਧਮਕੀ ਸਮਝ ਲਓ, ਹੁਕਮ ਸਮਝ ਲਓ। ਇਹ ਸਿੱਧਾ ਉਹਨਾਂ ਸਾਊਦੀ ਅਰਬ ਨੂੰ ਦਿੱਤਾ। ਜਿਹੜੇ ਸੱਜਣ ਸਾਨੂੰ ਇੱਥੇ ਦੱਸਦੇ ਫਿਰਦੇ ਸਨ ਵੀ ਸਾਡੀ ਗੱਲ ਹੋ ਗਈ ਅਮਰੀਕਾ ਨਾਲ ਔਰ ਹੋਈ ਵੀ ਸਾਊਦੀ ਅਰਬ ਦੇ ਥਰੂ ਹੈ, ਚਲੋ ਉਹਨਾਂ ਦਾ ਵੀ ਝਾਕਾ ਉਤਰ ਗਿਆ ਹੋਏਗਾ, ਕਿਉਂਕਿ ਸਦਰ ਟਰੰਪ ਨੇ ਜਿਹੜੀ ਗੱਲ ਹੁਣ ਕਰ ਚੜੀ ਹੈ
ਉਸ ਤੋਂ ਬਾਅਦ ਮੇਰਾ ਖਿਆਲ ਹੈ ਕੋਈ ਗੱਲ ਰਹਿ ਨਹੀਂ ਗਈ। ਇਹ ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਇਹ ਸੁਣ ਲਓ ਸਦਰ ਟਰੰਪ ਕੀ ਆਖਣ ਡਿਆ। And it's also reported today in the papers that Saudi Arabia will be investing at least $600 billion in America, but I'll be asking the Crown Prince, who's a fantastic guy, to round it out to around $1 trillion. I think they'll do that because we've been very good to them. And I'm also going to ask Saudi Arabia and OPEC to bring down the cost of oil. You got to bring it down, which frankly, I'm surprised they didn't do before the election. That didn't show a lot of love by them not doing it. I was a little surprised by that. If the price came down, the Russia-Ukraine war would end immediately. Right now, the price is high enough that that war will continue. You got to bring down the oil price. You got to end that war. They should have done it long ago. They're very responsible, actually, to a certain extent, for what's taking place. Millions of lives are being lost. ਸੁਣ ਲਿਆ ਜੀ, ਇਹਦੇ 'ਚ ਕੋਈ ਹੁਣ ਪਰਦੇ ਵਾਲੀ ਗੱਲ ਰਹਿ ਨਹੀਂ ਗਈ। ਉਹਨਾਂ ਆਖਿਆ ਵੀ ਜਿਹੜੇ ਯੂਕਰੇਨ 'ਚ ਬੜੇ ਸਾਰੇ ਬੰਦੇ ਮਰੇ ਨੇ ਉਹਦੇ ਜ਼ਿੰਮੇਦਾਰ ਵੀ ਸਾਊਦੀ ਅਰਬ ਹੈ। ਅਗਰ ਤੇਲ ਦੀ ਕੀਮਤ ਘਟਾਈ ਹੁੰਦੀ ਤੇ ਅੱਜ ਉਹ ਜੰਗ ਬੰਦ ਹੋ ਜਾਂਦੀ। ਤੇ ਨਾਲ ਉਹਨਾਂ ਨੇ ਆਖਿਆ ਤੇਲ ਦੀ ਕੀਮਤ ਵੀ ਫੌਰੀ ਘਟਾਓ ਤੇ ਸਾਡੇ ਮੁਲਕ 'ਚ 600 ਅਰਬ ਡਾਲਰ ਨਹੀਂ ਬਲਕਿ 1 ਟ੍ਰਿਲੀਅਨ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਕਰੋ। ਚਲੋ ਜਿਹਨੂੰ ਕੋਈ ਥੋੜ੍ਹਾ ਬਹੁਤ ਕੋਈ ਝਾਕਾ ਸੀ ਉਹਦਾ ਲੱਥ ਗਿਆ ਹੋਏਗਾ। ਤੇ ਚੌਧਰੀ ਸਾਹਿਬ ਦੀ ਜਿਹੜੀ ਉੱਥੇ ਮੋਹਸਨ ਨਕਵੀ ਸਾਹਿਬ ਬੇਇੱਜ਼ਤੀ ਕਰਵਾ ਰਹੇ ਨੇ ਰੋਜ਼, ਉਹ ਵੀ ਜਾਰੀ ਹੈ। ਇੱਕ ਤੋਂ ਬਾਅਦ ਦੂਸਰਾ ਕਾਂਗਰਸਮੈਨ ਜਿਹੜਾ ਉਹ ਫਰੀ ਇਮਰਾਨ ਖਾਨ ਦੇ ਟਵੀਟ ਕਰ ਰਿਹਾ, ਉਹ ਵੀ ਕੰਮ ਜਾਰੀ ਹੈ। ਤੇ ਇਨਸ਼ਾਅੱਲਾ ਜੋ ਵੀ ਅਪਡੇਟ ਹੋਈ ਉਹ ਤੁਹਾਡੇ ਸਾਹਮਣੇ ਰੱਖਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।